फस्ट आइटम हैगी साडे कोल स्टैटिक इकनॉमिक्स। स्टैटिक इकनॉमिक्स दे विच की हुंदा कहंदा कि जदों डिमांड और सप्लाई दोनों आपस विच बराबर हो जांदियां आ उत्थे जिहड़ी आ कीमत आ डिटरमिन हुंदी है। ठीक है, आ साडे कोल डिमांड कर्व आ। डिमांड दा और प्राइस दा सानूं पता है कि नैगेटिव रिलेशन हुंदा है कि जदों प्राइस वधदा है डिमांड घटदी है, जदों प्राइस घटदा डिमांड वधदी है, जिहदे करके इहदी स्लोप की है नैगेटिव हुंदी है। सप्लाई दा और प्राइस दा जिहड़ा पॉजिटिव रिलेशन हुंदा है, जिहदे करके जदों प्राइस वधदा है सप्लाई भी वधदी, जदों प्राइस घटदा सप्लाई भी घटदी है। हुण कहंदे कि स्टैटिक इकनॉमिक्स दे विच की आ स्थिर अर्थव्यवस्था ਦੇ ਵਿੱਚ ਕੀ ਹੁੰਦਾ ਹੈ ਕਹਿੰਦਾ ਕਿ ਜਦੋਂ ਕਹਿੰਦਾ ਕਿ ਡਿਮਾਂਡ ਔਰ ਸਪਲਾਈ ਦੋਨੋਂ ਆਪਸ ਵਿੱਚ ਬਰਾਬਰ ਹੁੰਦੇ ਤਾਂ ਸਾਡੇ ਕੋਲ ਇੱਕ ਪੁਆਇੰਟ ਆ ਜਾਂਦਾ ਈ ਉਸ ਪੁਆਇੰਟ ਦੇ ਉੱਤੇ ਜਿਹੜੀ ਕੀਮਤ ਆ ਉਹ ਡਿਟਰਮਿਨ ਕੀਤੀ ਜਾਂਦੀ ਹੈ ਮਾਰਕੀਟ ਵਿੱਚ, ਜਿਹਨੂੰ ਅਸੀਂ ਜਨਰਲ ਪ੍ਰਾਈਸ ਲੈਵਲ ਕਹਿੰਦੇ ਆ ਕਿ ਓਪੀ ਕੀਮਤ ਦੇ ਉੱਤੇ ਜਿਹੜੀ ਅਸੀਂ OM ਤੱਕ ਕੁਆਂਟੀਟੀ ਮਾਰਕੀਟ ਵਿੱਚ ਸੇਲ ਕਰਨ ਦੇ ਲਈ ਤਿਆਰ ਆ। ਠੀਕ ਆ, ਉਹ ਪ੍ਰਾਈਸ ਡਿਟਰਮਿਨ ਕੀਤਾ ਜਾਂਦਾ ਜਿੱਥੇ ਡਿਮਾਂਡ ਔਰ ਸਪਲਾਈ ਦੋਨੋਂ ਆਪਸ ਵਿੱਚ ਬਰਾਬਰ ਹੁੰਦੇ ਆ। ਕਿ ਉਹ ਬਾਕੀ ਕੀ ਆ ਕਿ ਹੋਰ ਕੰਡੀਸ਼ਨਸ ਦੇ ਵਿੱਚ ਕੋਈ ਵੀ ਜਿਹੜਾ ਪਰਿਵਰਤਨ ਨਹੀਂ ਆਉਣਾ ਚਾਹੀਦਾ। ਜੇਕਰ ਹੋਰ ਹਾਲਾਤ ਬਦਲਦੇ ਆ ਪ੍ਰਾਈਸ ਤੋਂ ਇਲਾਵਾ ਹੋਰ ਫੈਕਟਰ ਵੀ ਚੇਂਜ ਆਉਂਦਾ ਉਹਨਾਂ ਡਿਮਾਂਡ ਔਰ ਸਪਲਾਈ ਚੇਂਜ ਆਉਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਪ੍ਰਾਈਸ ਚੇਂਜ ਜਿਹੜਾ ਹੋ ਜਾਂਦਾ ਆ ਜਿਹੜਾ ਕੰਪੈਰੀਟਿਵ ਸਟੱਡੀ ਦੇ ਵਿੱਚ ਆ। ਹੁਣ ਕਹਿੰਦਾ ਕਿ ਜੇਕਰ ਅਸੀਂ ਕਹਿੰਦੇ ਕਿਸੇ ਕਾਰਨ ਠੀਕ ਹੈ ਸਾਡੀ ਡਿਮਾਂਡ ਦੇ ਵਿੱਚ ਵਾਧਾ ਹੋ ਗਿਆ। ਹੁਣ ਜਦੋਂ ਸਾਡੀ ਡਿਮਾਂਡ ਵੱਧਦੀ ਹੈ ਡਿਮਾਂਡ ਵਧਣ ਦੇ ਨਾਲ ਇਫੈਕਟ ਕੀ ਪਹਿਲਾਂ ਤਾਂ ਇਕੁਇਲਿਬਰੀਅਮ ਪੁਆਇੰਟ ਆਇਆ ਪ੍ਰਾਈਸ ਆਇਆ। ਹੁਣ ਡਿਮਾਂਡ ਵਧਣ ਦਾ ਇਫੈਕਟ ਕੀ ਆ ਡਿਮਾਂਡ ਕਰਵ ਅੱਗੇ ਸ਼ਿਫਟ ਕਰ ਜਾਏਗਾ। ਹੁਣ ਡਿਮਾਂਡ ਕਰਵ ਅੱਗੇ ਸ਼ਿਫਟ ਕਰ ਗਿਆ। ਹੁਣ ਨਵਾਂ ਇਕੁਇਲਿਬਰੀਅਮ ਜਿਹੜਾ ਆ ਜਿਹੜਾ S ਤੇ D1 ਨੂੰ ਜਿਹੜਾ ਕੱਟਦਾ ਉਹ ਕੀ ਹੈ E1 ਆ। ਹੁਣ E1 ਦੇ ਅਕੋਰਡਿੰਗ ਦੇਖੋ ਪ੍ਰਾਈਸ ਕਿੰਨਾ ਹੋ ਗਿਆ P1। ਪ੍ਰਾਈਸ ਕੀ ਆ ਪਹਿਲਾਂ ਮੁਕਾਬਲੇ ਵੱਧ ਗਿਆ। ਪ੍ਰਾਈਸ ਕਿਉਂ ਵਧਿਆ? ਕਿਉਂ? ਕਿਉਂਕਿ ਸਪਲਾਈ ਪਹਿਲਾਂ ਜਿੰਨੀ ਆ ਡਿਮਾਂਡ ਵੱਧ ਗਈ। ਹੁਣ ਜਦੋਂ ਸਾਡੇ ਕੋਲ ਸਮਾਨ ਉਨਾ ਹੀ ਆ ਬਟ ਲੋਕੀ ਡਿਮਾਂਡ ਜ਼ਿਆਦਾ ਕਰਦੇ ਆਪਣੇ ਸਾਡੇ ਪ੍ਰੋਡਕਟਸ ਦੀ, ਅਸੀਂ ਕੀ ਕਰਾਂਗੇ ਪ੍ਰਾਈਸ ਇਨਕਰੀਜ਼ ਕਰ ਦਾਂਗੇ ਕਿਉਂਕਿ ਸਾਡੀ ਸਪਲਾਈ ਜਿਹੜੀ ਉਨੀ ਜ਼ਿਆਦਾ ਵਧਾ ਨਹੀਂ ਸਕਦੇ। ਠੀਕ ਆ, ਉਹਦਾ ਇਫੈਕਟ ਕੀ ਪੈ ਗਿਆ ਪ੍ਰਾਈਸ ਜਿਹੜਾ ਚੇਂਜ ਹੋ ਗਿਆ, ਪ੍ਰਾਈਸ ਦੇ ਵਿੱਚ ਵਾਧਾ ਹੋ ਜਾਂਦਾ ਆ। ਠੀਕ ਆ, ਇਹ ਕੀ ਇੱਕ ਕੰਪੈਰੀਟਿਵ ਸਟੈਟਿਕ ਐਨਾਲਿਸਿਸ ਆ ਤੁਲਨਾਤਮਕ ਗਤੀਹੀਨ ਅਰਥਵਿਵਸਥਾ ਕਹਿੰਦੇ ਕਿ ਜੇਕਰ ਕਿਸੇ ਕਾਰਨ ਕਹਿੰਦਾ ਕਿ ਡਿਮਾਂਡ ਦੇ ਵਿੱਚ ਵਾਧਾ ਹੁੰਦਾ ਡਿਮਾਂਡ ਵਿੱਚ ਵਾਧਾ ਹੋਣ ਦੇ ਨਾਲ ਸਪਲਾਈ ਪਹਿਲਾਂ ਜਿੰਨੀ ਰਹੇ ਤਾਂ ਪ੍ਰਾਈਸ ਜਿਹੜੇ ਉਹਦੇ ਵਿੱਚ ਕੀ ਆ ਵਾਧਾ ਹੋ ਜਾਂਦਾ ਆ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆਉਂਦਾ ਹੈ ਜਿਹੜਾ ਸਾਡੇ ਕੋਲ ਹੈਗਾ ਡਾਇਨਾਮਿਕ ਇਕਨੋਮਿਕਸ। ਡਾਇਨਾਮਿਕ ਇਕਨੋਮਿਕਸ ਦੇ ਵਿੱਚ ਕੀ ਹੁੰਦਾ ਹੈ ਗਤੀਸ਼ੀਲ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਦੋਂ ਜਿਹੜੀਆਂ ਕਈ ਸ਼ਕਤੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਡਿਮਾਂਡ ਅਤੇ ਸਪਲਾਈ ਜਿਹੜਾ ਆ ਉਹ ਚੇਂਜ ਨਹੀਂ ਹੁੰਦਾ ਕਿਸੇ ਕਾਰਨ ਅਸੀਂ ਕਹਿੰਦੇ ਕਿ ਪ੍ਰਾਈਸ ਵਿੱਚ ਚੇਂਜ ਆ ਜਾਏ। ਠੀਕ ਆ, ਕਿ ਪ੍ਰਾਈਸ ਵਿੱਚ ਚੇਂਜ ਆਣਾ ਹੋ ਸਕਦਾ ਉਸ ਪ੍ਰੋਡਕਟ ਜਿਹੜਾ ਕੋਈ ਵਧੀਆ ਪ੍ਰੋਡਕਟ ਆ ਉਹਦਾ ਪ੍ਰਾਈਸ ਜਿਹੜਾ ਕਿਸੇ ਵੀ ਕਾਰਨ ਮਾਰਕੀਟ ਦੇ ਵਿੱਚ ਕਿਸੇ ਨੇ ਇਨਕਰੀਜ਼ ਕਰ ਗਿਆ। ਪਹਿਲਾਂ ਤਾਂ ਸਾਨੂੰ ਪਤਾ ਹੈ ਕਿ ਸਪਲਾਈ ਆਇਆ ਡਿਮਾਂਡ ਕਰਵ ਆਇਆ ਇਕੁਇਲਿਬਰੀਅਮ ਆ ਪੁਆਇੰਟ ਆ E ਜਿਹੜਾ P ਪ੍ਰਾਈਸ ਆ OM ਜਿਹੜੀ ਕੁਆਂਟੀਟੀ ਆ ਸੇਲ ਕੀਤੀ ਜਾਂਦੀ। ਹੁਣ ਕਹਿੰਦਾ ਜੇਕਰ ਕਿਸੇ ਕਾਰਨ ਮਾਰਕੀਟ ਦੇ ਵਿੱਚ ਪ੍ਰਾਈਸ ਇਨਕਰੀਜ਼ ਹੋ ਜਾਂਦਾ ਪ੍ਰਾਈਸ ਇਨਕਰੀਜ਼ ਕਰਕੇ P1 ਤੇ ਹੋ ਗਿਆ। ਹੁਣ P1 ਤੇ ਹੋਣ ਦੇ ਨਾਲ ਹੁਣ ਇੱਥੇ ਦੇਖੋ ਕਹਿੰਦਾ ਕਿ ਕੰਡੀਸ਼ਨ ਕਿਸ ਤਰ੍ਹਾਂ ਕੰਮ ਕਰਦੀਆਂ ਆ ਦੇਖੋ P1 ਦੇ ਅਕੋਰਡਿੰਗ ਲੈ ਕੇ ਚੱਲੋ। ਹੁਣ ਕਹਿੰਦਾ ਕਿ ਜਿਹੜਾ ਇਹ ਫਸਟ ਪੁਆਇੰਟ ਆ P1 ਤੋਂ ਲੈ ਕੇ S ਤੱਕ ਇਹ ਸਪਲਾਈ ਆ। ਠੀਕ ਆ, ਤੇ D ਤੱਕ ਇਹ ਕੀ ਆ ਡਿਮਾਂਡ ਆ। ਹੁਣ ਦੇਖੋ ਸਪਲਾਈ ਜ਼ਿਆਦਾ ਆ ਡਿਮਾਂਡ ਘੱਟ ਆ। ਠੀਕ ਆ, ਭਾਵੇਂ ਪ੍ਰਾਈਸ ਜ਼ਿਆਦਾ ਆ ਪ੍ਰਾਈਸ ਜ਼ਿਆਦਾ ਹੋਣ ਕਰਕੇ ਲੋਕੀ ਡਿਮਾਂਡ ਨਹੀਂ ਕਰਦੇ ਪਏ। ਠੀਕ ਆ, ਸਪਲਾਈ ਸਾਡੇ ਕੋਲ ਬਹੁਤ ਜ਼ਿਆਦਾ ਹੈ। ਹੁਣ ਸਪਲਾਈ ਅਸੀਂ ਕਿਹਨੂੰ ਵੇਚਾਂਗੇ ਜਿਹਦੇ ਕਰਕੇ ਸਾਨੂੰ ਕੀ ਆ ਪ੍ਰਾਈਸ ਜਿਹੜਾ ਉਹ ਕੀ ਕਰਨਾ ਪੈਂਦਾ ਘਟਾਉਣਾ ਪੈਂਦਾ। ਆਹ ਪ੍ਰਾਈਸ ਜਿਹੜਾ ਘਟਾ ਦਿੱਤਾ ਆ। ਹੁਣ ਇਹ ਪ੍ਰਾਈਸ ਘਟਾਉਣ ਦੇ ਨਾਲ ਤੁਸੀਂ ਇੱਧਰ ਨੂੰ ਇੱਕ ਪੁਆਇੰਟ ਲਾ ਕੇ ਦੇਖ ਸਕਦੇ ਆ। ਠੀਕ ਆ, ਹੁਣ ਇੱਥੋਂ ਦੇਖੋ ਪ੍ਰਾਈਸ ਘਟਾਉਣ ਦੇ ਨਾਲ ਇਫੈਕਟ ਕੀ ਪਿਆ ਆ ਪ੍ਰਾਈਸ ਤਾਂ ਘਟ ਗਿਆ। ਪ੍ਰਾਈਸ ਘਟਣਾ ਕੀ ਹੋ ਗਿਆ ਡਿਮਾਂਡ ਜ਼ਿਆਦਾ ਹੋ ਗਈ। ਹੁਣ ਪਤਾ ਹੈ ਮਾਰਕੀਟ ਵਿੱਚ ਕੀਮਤ ਥੋੜ੍ਹੀ ਆ ਤਾਂ ਲੋਕਾਂ ਨੇ ਡਿਮਾਂਡ ਕਰਨੀ ਸਟਾਰਟ ਕਰ ਦਿੱਤੀ ਆ। ਪ੍ਰਾਈਸ ਘਟ ਗਿਆ ਡਿਮਾਂਡ ਇਨਕਰੀਜ਼ ਕਰ ਗਈ ਡਿਮਾਂਡ ਜ਼ਿਆਦਾ ਆ D ਤੱਕ ਆ ਸਪਲਾਈ ਥੋੜ੍ਹੀ ਆ। ਹੁਣ ਜਦੋਂ ਸਪਲਾਈ ਹੈ ਨਹੀਂ ਮਾਰਕੀਟ ਦੇ ਵਿੱਚ ਫਿਰ ਅਸੀਂ ਸਮਾਨ ਕਿਹਨੂੰ ਵੇਚਾਂਗੇ ਆਪਣਾ। ਠੀਕ ਆ, ਕਿੱਦਾਂ ਵੇਚਾਂਗੇ ਜੇ ਸਪਲਾਈ ਹੈ ਨਹੀਂ ਸਾਡੇ ਕੋਲ ਲੋਕੀ ਤਾਂ ਬਹੁਤ ਸਾਰੇ ਖਰੀਦਣ ਵਾਲੇ ਆ ਬਟ ਸਪਲਾਈ ਹੈ ਨਹੀਂ। ਹੁਣ ਕੀ ਕੀਤਾ ਜਾਂਦਾ ਹੈ ਕਹਿੰਦਾ ਕਿ ਇਸ ਡਿਮਾਂਡ ਨੂੰ ਜਿਹੜਾ ਆ ਕਵਰ ਕਰਨ ਦੇ ਲਈ ਪ੍ਰਾਈਸ ਜਿਹੜਾ ਇਨਕਰੀਜ਼ ਕਰ ਦਿੱਤਾ ਜਾਂਦਾ ਪ੍ਰਾਈਸ ਜਿਹੜਾ ਉੱਪਰ ਨੂੰ ਵਧਾ ਦਿੱਤਾ ਜਾਂਦਾ ਆ। ਹੁਣ ਆਹ ਪ੍ਰਾਈਸ ਹੋ ਗਿਆ ਨਵਾਂ। ਠੀਕ ਆ, ਇਹਦੇ ਅਕੋਰਡਿੰਗ ਤੁਸੀਂ ਇੱਧਰ ਨੂੰ ਪੁਆਇੰਟ ਲਾ ਕੇ ਦੇਖ ਸਕਦੇ ਆ। ਹੁਣ ਫਿਰ ਇੱਥੇ ਉਹੀ ਕੰਡੀਸ਼ਨ ਲਾਗੂ ਹੁੰਦੀ ਆ ਨਵਾਂ ਪੁਆਇੰਟ ਆਇਆ ਕਿ ਇੰਨੀ ਸਪਲਾਈ ਆ ਡਿਮਾਂਡ ਥੋੜ੍ਹੀ ਆ। ਹੁਣ ਜਦੋਂ ਸਪਲਾਈ ਜ਼ਿਆਦਾ ਹੈ ਡਿਮਾਂਡ ਥੋੜ੍ਹੀ ਆ ਅਸੀਂ ਕੀ ਕਰਾਂਗੇ ਪ੍ਰਾਈਸ ਘਟਾ ਦਾਂਗੇ। ਕਿ ਹੌਲੀ ਹੌਲੀ ਇਹ ਸਰਕਲ ਜਿਹੜਾ ਚੱਲਦਾ ਆਉਂਦਾ ਆ ਕਿ ਉਨੀ ਦੇਰ ਤੱਕ ਚੱਲਦਾ ਰਹਿੰਦਾ ਜਿੰਨਾ ਤੱਕ ਇਹ ਇਕੁਇਲਿਬਰੀਅਮ ਪੁਆਇੰਟ ਤੱਕ ਨਹੀਂ ਪਹੁੰਚ ਜਾਂਦਾ। ਕਿ ਆਪਣੇ ਆਪ ਸ਼ਕਤੀਆਂ ਕਹਿੰਦੇ ਇਸ ਢੰਗ ਦੇ ਨਾਲ ਕੰਮ ਕਰਦੀਆਂ ਸਟੈਟਿਕ ਐਨਾਲਿਸਿਸ ਦੇ ਵਿੱਚ ਕਿ ਹੌਲੀ ਹੌਲੀ ਜਿਹੜੀ ਆ ਕੀਮਤ ਆ ਜਾਂ ਇਕੁਇਲਿਬਰੀਅਮ ਆ ਆਪਣੇ ਉਸੇ ਪੁਆਇੰਟ ਦੇ ਉੱਤੇ ਜਿਹੜਾ ਆ ਉਹ ਪਹੁੰਚ ਜਾਂਦਾ ਆ। ਇਹਨੂੰ ਅਸੀਂ ਕਹਿੰਦੇ ਆ ਡਾਇਨਾਮਿਕ ਜਿਹੜੀ ਆ ਇਕਨੋਮਿਕਸ ਆ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆਉਂਦੀ ਆ ਕਾਈਂਡਸ ਆਫ ਇਕੁਇਲਿਬਰੀਅਮ। ਕਿੰਨੀ ਤਰ੍ਹਾਂ ਦਾ ਇਕੁਇਲਿਬਰੀਅਮ ਹੁੰਦਾ ਦੋ ਤਰ੍ਹਾਂ ਦਾ ਸਟੈਟਿਕ ਇਕੁਇਲਿਬਰੀਅਮ ਐਂਡ ਡਾਇਨਾਮਿਕ ਇਕੁਇਲਿਬਰੀਅਮ ਆ। ਠੀਕ ਆ, ਸਟੇਬਲ ਜਾਂ ਅਨਸਟੇਬਲ ਜਿਹਨੂੰ ਅਸੀਂ ਕਹਿੰਦੇ ਆ। ਠੀਕ ਆ, ਹੁਣ ਸਟੇਬਲ ਦੇ ਵਿੱਚ ਕੀ ਆ ਸਟੇਬਲ ਦੇ ਵਿੱਚ ਕੀ ਹੁੰਦਾ ਸੀਗਾ ਜਿਹੜਾ ਅਸੀਂ ਹੁਣ ਕਰਕੇ ਹਟੇ ਆ। ਠੀਕ ਆ, ਉਹਦੇ ਵਿੱਚ ਕੀ ਸੀਗਾ ਡਿਮਾਂਡ ਔਰ ਸਪਲਾਈ ਦੇ ਵਿੱਚ ਕਹਿੰਦਾ ਕਿ ਜਿਹਦਾ ਇਕੁਇਲਿਬਰੀਅਮ ਪੁਆਇੰਟ ਹੋ ਗਿਆ ਕਿ ਜੇਕਰ ਕਿਸੇ ਕਾਰਨ ਪ੍ਰਾਈਸ ਵਿੱਚ ਵਾਧਾ ਕਰ ਦਿੱਤਾ ਜਾਂਦਾ ਆ ਤੇ ਆਪਣੇ ਆਪ ਸ਼ਕਤੀਆਂ ਜਿਹੜੀਆਂ ਇਸ ਢੰਗ ਦੇ ਨਾਲ ਕੰਮ ਕਰਦੀਆਂ ਆ ਕਿ ਉਹ ਮੁੜ ਕੇ ਇਕੁਇਲਿਬਰੀਅਮ ਦੇ ਉੱਤੇ ਪਹੁੰਚ ਜਾਂਦਾ ਆ। ਠੀਕ ਹੈ, ਜਿਹਦੇ ਕਰਕੇ ਪ੍ਰਾਈਸ ਘਟਣਾ ਸ਼ੁਰੂ ਹੋ ਜਾਂਦਾ ਹੈ ਜਾਂ ਪ੍ਰਾਈਸ ਵੱਧਦਾ ਆ। ਠੀਕ ਹੈ, ਸ਼ਕਤੀਆਂ ਇਸ ਢੰਗ ਨਾਲ ਕੰਮ ਕਰਦੀਆਂ ਮੁੜ ਕੇ ਅਸੀਂ ਇਕੁਇਲਿਬਰੀਅਮ ਦੇ ਉੱਤੇ ਪਹੁੰਚ ਜਾਂਦੇ ਹਾਂ।
ਜਿਹੜਾ ਅਨਸਟੇਬਲ ਇੱਕ ਹੁੰਦਾ ਆ, ਅਨਸਟੇਬਲ ਦੇ ਵਿੱਚ ਕੀ ਹੁੰਦਾ ਆ, ਕਹਿੰਦੇ ਕਿ ਜਿਹੜੀਆਂ ਸ਼ਕਤੀਆਂ ਆ ਉਹ ਇਸ ਪ੍ਰਕਾਰ ਕੰਮ ਕਰਦੀਆਂ ਹੈ ਕਿ ਜਿੱਦਾਂ ਕੋਈ ਵੀ ਨਵੇਂ ਜਿਹੜਾ ਅਸੰਤੁਲਨ ਹੀ ਬਣਿਆ ਰਹਿੰਦਾ ਇਕੋਨਮੀ ਦੇ ਵਿੱਚ, ਕਦੇ ਵੀ ਆਪਾਂ ਇਕੁਲਿਬਰੀਅਮ ਦੇ ਵਿੱਚ ਨਹੀਂ ਪਹੁੰਚਦੇ ਹੈਗੇ। ਇਕੁਲਿਬਰੀਅਮ ਜਿਹੜਾ ਇਕੋਨਮੀ ਦੇ ਵਿੱਚ ਹਮੇਸ਼ਾ ਬਣਿਆ ਰਹਿੰਦਾ ਆ। ਇਹ ਕਦੋਂ ਹੁੰਦਾ ਹੈ, ਕੋਈ ਵੀ ਗਿਵਨ ਵਰਡਸ ਹੋ ਸਕਦੀਆਂ ਆ, ਠੀਕ ਹੈ, ਇਨਫੀਰੀਅਰ ਗੁੱਡਸ ਹੋ ਸਕਦੇ ਆ। ਇਹਦੇ ਵਿੱਚ ਕੀ ਹੁੰਦਾ ਹੈ, ਜਿਹੜਾ ਸਾਡਾ ਡਿਮਾਂਡ ਕਰਵ ਆ, ਇਹ ਧਿਆਨ ਰੱਖਣਾ ਕਿ ਡਿਮਾਂਡ ਕਰਵ ਦੀ ਇੱਥੇ ਸਲੋਪ ਕੀ ਹੁੰਦੀ ਹੈ, ਪੋਜ਼ਿਟਿਵ ਹੁੰਦੀ ਆ, ਔਰ ਸਪਲਾਈ ਕਰਵ ਜਿਹੜਾ ਆ ਉਹਦੀ ਸਲੋਪ ਕੀ ਹੁੰਦੀ ਆ, ਨੈਗੇਟਿਵ ਹੁੰਦੀ ਆ। ਠੀਕ ਆ, ਜਿਹਦੇ ਇਫੈਕਟ ਕੀ ਪੈਂਦਾ ਹੈ, ਕਹਿੰਦਾ ਕਿ ਜਦੋਂ ਡਿਮਾਂਡ ਕਰਵ ਦੀ ਸਲੋਪ ਪੋਜ਼ਿਟਿਵ ਆ ਇਹਨਾਂ ਇਸ ਕੇਸ ਦੇ ਵਿੱਚ ਜਸਟ, ਠੀਕ ਆ, ਸਪਲਾਈ ਕਰਵ ਦੀ ਜਿਹੜੀ ਸਲੋਪ ਆ ਉਹ ਨੈਗੇਟਿਵ ਆ, ਇਕੁਲਿਬਰੀਅਮ ਤਾਂ ਆ ਗਿਆ, ਪ੍ਰਾਈਸ ਹੋ ਗਿਆ। ਠੀਕ ਆ, ਹੁਣ ਕਹਿੰਦੇ ਜੇਕਰ ਕਿਸੇ ਕਾਰਨ ਮਾਰਕੀਟ ਦੇ ਵਿੱਚ ਪ੍ਰਾਈਸ ਇਨਕਰੀਜ਼ ਕਰ ਗਿਆ, ਪ੍ਰਾਈਸ ਇਨਕਰੀਜ਼ ਕਰਨ ਦਾ ਇਫੈਕਟ ਕੀ ਪਿਆ, ਆ ਦੇਖੋ P1 ਤੋਂ ਲੈ ਕੇ D ਤੱਕ ਜਿਹੜੀ ਸਬ ਮਾਰਕੀਟ ਦੇ ਵਿੱਚ ਡਿਮਾਂਡ ਹੈ, ਔਰ S ਤੱਕ ਕੀ ਹੈ, ਸਪਲਾਈ ਹੈ। ਹੁਣ ਕੀ ਹੋ ਗਿਆ, ਡਿਮਾਂਡ ਜ਼ਿਆਦਾ ਆ, ਸਪਲਾਈ ਥੋੜੀ ਆ। ਹੁਣ ਡਿਮਾਂਡ ਜਦੋਂ ਬਹੁਤ ਜ਼ਿਆਦਾ ਬਟ ਸਪਲਾਈ ਸਾਡੇ ਕੋਲ ਹੈ ਨਹੀਂ, ਪ੍ਰਾਈਸ ਫਿਰ ਕੀ ਹੋਗਾ, ਹੋਰ ਜ਼ਿਆਦਾ ਇੰਕਰੀਜ਼ ਕਰੇਗਾ। ਮਤਲਬ ਕਿ ਅਸੀਂ ਵਾਪਸ ਇਕੁਲਿਬਰੀਅਮ ਤੇ ਨਹੀਂ ਆ ਰਹੇ, ਇਕੁਲਿਬਰੀਅਮ ਤੋਂ ਅਸੀਂ ਦੂਰ ਜਾ ਰਹੇ ਹਾਂ। ਠੀਕ ਹੈ, ਹੁਣ ਜੇਕਰ ਅਸੀਂ ਕਹਿੰਦੇ ਕਿ ਮਾਰਕੀਟ ਵਿੱਚ ਕਿਸੇ ਕਾਰਨ ਅਸੀਂ ਕਹਿੰਦੇ ਕਿ ਪ੍ਰਾਈਸ ਘਟ ਜਾਂਦਾ ਆ, P ਸੀਗਾ P ਤੋਂ P2 ਤੇ ਹੋ ਗਿਆ, ਪ੍ਰਾਈਸ ਘਟਣ ਦਾ ਇਫੈਕਟ ਕੀ ਪਿਆ, ਹੁਣ ਦੇਖੋ ਸਪਲਾਈ ਜ਼ਿਆਦਾ ਆ, ਪ੍ਰਾਈਸ ਘੱਟ ਆ, ਬਟ ਫਿਰ ਵੀ ਸਪਲਾਈ ਜ਼ਿਆਦਾ ਆ, ਡਿਮਾਂਡ ਥੋੜੀ ਆ। ਹੁਣ ਜਦੋਂ ਡਿਮਾਂਡ ਹੀ ਹੈ ਨਹੀਂ ਮਾਰਕੀਟ ਦੇ ਵਿੱਚ, ਸਪਲਾਈ ਨੂੰ ਅਸੀਂ ਕੀ ਕਰਾਂਗੇ, ਫਿਰ ਕੀ ਆ, ਪ੍ਰਾਈਸ ਘਟਾ ਦਿੱਤੇ ਜਾਂਦੇ, ਮਤਲਬ ਕਿ ਮੁੜ ਕੇ ਅਸੀਂ ਇਕੁਲਿਬਰੀਅਮ ਤੇ ਨਹੀਂ ਪਹੁੰਚਦੇ, ਅਸੀਂ ਪਿੱਛੇ ਵੱਲ ਨੂੰ ਜਾ ਰਹੇ ਹਾਂ, ਜਿਹਦੇ ਕਰਕੇ ਇਹਨੂੰ ਅਸੀਂ ਕਹਿੰਦੇ ਆ ਅਨਸਟੇਬਲ ਇਕੁਲਿਬਰੀਅਮ ਆ, ਕਿ ਜਦੋਂ ਡਿਮਾਂਡ ਕਰਵ ਦੀ ਸਲੋਪ ਜਿਹੜੀ ਪੋਜ਼ਿਟਿਵ ਹੁੰਦੀ ਆ ਔਰ ਸਪਲਾਈ ਕਰਵ ਦੀ ਸਲੋਪ ਜਿਹੜੀ ਆ ਉਹ ਨੈਗੇਟਿਵ ਹੁੰਦੀ ਹੈ। ਜਿਹੜੇ ਕੁਝ ਕੇਸਿਸ ਹੁੰਦੇ ਆ, ਜ਼ਿਆਦਾਤਰ ਇੱਦਾਂ ਜਿਹੜਾ ਨਹੀਂ ਹੁੰਦਾ। ਠੀਕ ਆ, ਸਮ ਰੇਅਰ ਕੇਸਿਸ ਆ ਜਿਹਦੇ ਵਿੱਚ ਇਹ ਜਿਹੜਾ ਕਰਵ ਬਣਾਇਆ ਜਾਂਦਾ ਆ। ਬਸ ਤੁਸੀਂ ਇੱਥੋਂ ਤੱਕ ਕਰਨਾ, ਆਪਸ ਸਟੇਜਸ ਨਹੀਂ ਕਰਨੀਆਂ। ਠੀਕ ਹੈ, ਨਿਊਟਰਲ ਹੈ, ਇਹਦੇ ਵਿੱਚ ਤਾਂ ਕੁਝ ਵੀ ਚੇਂਜਸ ਜਿਹੜੇ ਨਹੀਂ ਹੁੰਦੇ। ਠੀਕ ਆ, ਇਹੋ ਜਿਹਾ ਡਿਮਾਂਡ ਕਰਵ ਸਪਲਾਈ ਕਰਵ ਹੁੰਦਾ ਹੈ ਕਿ ਪ੍ਰਾਈਸ ਜਿਹੜਾ ਚਾਹੇ ਵੱਧਵੇ ਚਾਹੇ ਘਟਵੇ, ਕੁਆਂਟੀਟੀ ਡਿਮਾਂਡ ਜਿਹੜੀ ਪਹਿਲਾਂ ਜਿੰਨੀ ਰਹਿੰਦੀ ਆ। ਬਸ ਇੱਥੋਂ ਤੱਕ ਹੀ ਅਸੀਂ ਕਰਨਾ ਆ, ਆਹ ਵਾਲੇ ਕਰਵ ਤੁਸੀਂ ਨਹੀਂ ਕਰਨੇ।